to the channel DJ EduTech. Today in this video we will discuss about the very interesting topic that is related to nature. Topic is nature inspirations. इंसान always ਕਿਸੇ ਨਾ ਕਿਸੇ ਥਿੰਗ ਤੋਂ ਇੰਸਪਾਇਰ ਹੁੰਦਾ। ਸਾਡੀ ਸਭ ਦੀ ਲਾਈਫ ਦਾ ਕੋਈ ਨਾ ਕੋਈ ਸੋਰਸ ਆਫ ਇੰਸਪੀਰੇਸ਼ਨ ਹੈਗਾ ਨਾ। ਸੋਰਸ ਆਫ ਇੰਸਪੀਰੇਸ਼ਨ differ from person to person. So today in this presentation we will discuss in detail the topic nature inspirations. Nature ਤੋਂ ਅਸੀਂ ਕਿੱਦਾਂ ਇੰਸਪਾਇਰ ਹੁੰਨੇ ਆ, nature ਸਾਨੂੰ ਕੀ ਇੰਸਪੀਰੇਸ਼ਨ ਦਿੰਦੀ ਆ। So let us start with, according to Albert Einstein, look deep into nature and you will understand everything better. ਜਿੰਨਾ ਜ਼ਿਆਦਾ ਅਸੀਂ ਕਿਸੇ ਚੀਜ਼ ਨੂੰ ਡੀਪ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਉਨਾ ਜ਼ਿਆਦਾ ਅਸੀਂ ਉਹਨੂੰ ਸਮਝ ਪਾਵਾਂਗੇ। ਸੋ ਜਿੰਨਾ ਜ਼ਿਆਦਾ ਅਸੀਂ ਨੇਚਰ ਨੂੰ ਡੀਪ ਤੋਂ ਦੇਖਾਂਗੇ ਉਨਾ ਅਸੀਂ ਉਹਨੂੰ ਅੰਡਰਸਟੈਂਡ ਕਰਾਂਗੇ ਵੀ ਨੇਚਰ ਦੇ ਵਿੱਚ ਕੀ ਕੁਛ ਪਿਆ, ਕਿਹੜੇ ਸਾਡੇ ਲਾਈਫ ਦੇ ਇੰਸਪੀਰੇਸ਼ਨ ਸੋਰਸਿਸ ਨੇਚਰ ਦੇ ਵਿੱਚ ਪ੍ਰੈਜ਼ੈਂਟ ਨੇ। ਨੇਚਰ that is a storehouse of all ideas and it is a mother of all the inspirational resources. ਇਹ ਸਲਾਈਡ ਦੇ ਵਿੱਚ ਮੈਂ ਇਹ ਸ਼ੋ ਕੀਤਾ ਵੀ ਜਿਹੜੀ ਨੇਚਰ ਆ, ਨੇਚਰ ਕਿੰਨੀ ਕਲਰਫੁੱਲ ਆ, ਸਾਨੂੰ ਕਿੰਨੀ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਆ। ਡਿਫਰੈਂਟ ਕਲਰਸ ਡਿਫਰੈਂਟ ਇੰਸਪੀਰੇਸ਼ਨ ਦਾ ਸੋਰਸ ਆ। ਨੇਚਰ ਆਫਰਸ ਸੋ ਮਚ, it's a need of the hour. Hey human being, please open the eyes. So start with, ਅਸੀਂ ਕਿੱਥੋਂ ਇੰਸਪਾਇਰ ਹੋ ਕੇ ਇਨਸਾਨ ਨੇ ਕਿਹੜੀਆਂ ਚੀਜ਼ਾਂ ਦੀ ਇਨਵੈਂਸ਼ਨ ਕੀਤੀ ਜਾਂ ਕਿਹੜੀਆਂ ਚੀਜ਼ਾਂ ਦੀ ਡਿਸਕਵਰੀ ਕੀਤੀ। ਸੋ ਫਸਟ ਹੈ ਜੋ that is Lotus Temple. Lotus Temple is present in New Delhi in India. ਜੋ ਟੈਂਪਲ ਦੀ ਕੰਸਟਰਕਸ਼ਨ ਹੋਈ ਆ ਦੈਟ ਉਹਦਾ ਜਿਹੜਾ ਸੋਰਸ ਆਫ ਇੰਸਪੀਰੇਸ਼ਨ ਆ ਦੈਟ ਇਜ਼ ਅ ਫਲਾਰ ਨੋਨ ਐਜ਼ ਲੋਟਸ। ਜਿੱਦਾਂ ਲੋਟਸ ਦੇ ਫਲਾਰ ਦੀਆਂ ਪੈਟਲਸ ਓਪਨ ਹੁੰਦੀਆਂ ਐਂਡ ਜੋ ਸੈਂਟਰਲੀ ਪੈਟਲ ਆ ਦੈਟ ਇਜ਼ ਟੋਟਲੀ ਕਲੋਜ਼ਡ ਅਰਾਊਂਡ ਦੀ ਓਵਰੀ। ਸੋ ਉਸੇ ਹੀ ਵੇ ਦੇ ਵਿੱਚ ਜੋ ਉਸ ਟੈਂਪਲ ਦੀ ਕੰਸਟਰਕਸ਼ਨ ਆ, ਜੋ ਸੈਂਟਰਲਾ ਪੋਰਸ਼ਨ ਆ ਦੈਟ ਇਜ਼ ਟੋਟਲੀ ਕਲੋਜ਼ਡ ਐਂਡ ਜਿਹੜੀ ਉਹਦੀ ਆਊਟਸਾਈਡ ਬਾਉਂਡਰੀਜ਼ ਆ ਉਹ ਓਪਨ ਕੀਤੀਆਂ ਗਈਆਂ ਲੋਟਸ ਟੈਂਪਲ ਦੀਆਂ ਪੈਟਲਸ ਵਾਂਗ। ਇਹ ਜੋ ਬਿਲਡਿੰਗ ਆ ਇੰਸਪੀਰੇਸ਼ਨ ਕਿੱਥੋਂ ਲਿੱਤੀ? ਫਲਾਰ ਤੋਂ। ਐਂਡ ਜੋ ਬਿਲਡਿੰਗ ਆ ਦੈਟ ਇਜ਼ ਏਅਰੀ, ਵਧੀਆ ਰਹਿੰਦੀ ਆ, ਆਰਾਮਦਾਇਕ ਆ, ਉਹ ਸਾਰੀ ਇੰਸਪੀਰੇਸ਼ਨ ਲੋਟਸ ਫਲਾਰ ਤੋਂ ਲਿੱਤੀ ਗਈ। ਨੈਕਸਟ ਇਜ਼ ਲੀਫ ਲਾਈਕ ਬਿਲਡਿੰਗ। ਕੈਨ ਯੂ ਇਮੈਜਿਨ ਜਿੱਦਾਂ ਲੀਫ ਦੇ ਸਟਰਕਚਰ ਦੇ ਵਿੱਚ ਪੋਰਸ ਪ੍ਰੈਜ਼ੈਂਟ ਹੁੰਦੇ ਆ ਐਂਡ ਥੀਸ ਪੋਰਸ ਆਰ ਰਿਸਪੋਂਸੀਬਲ ਫॉर ਦੀ ਗੈਸ਼ੀਅਸ ਐਕਸਚੇਂਜ। ਜਿੰਨੀ ਜ਼ਿਆਦਾ ਪੋਰਸ ਦੇ ਵਿੱਚੋਂ ਅਵੈਪੋਰੇਸ਼ਨ ਜਾਂ ਗੈਸ਼ੀਅਸ ਐਕਸਚੇਂਜ ਹੁੰਦੀ ਆ ਉਨੇ ਜ਼ਿਆਦਾ ਜੋ ਪਲਾਂਟ ਆ ਉਹ ਕੂਲਿੰਗ ਇਫੈਕਟ ਵਿੱਚ ਰਹਿੰਦਾ। ਸਿਮਿਲਰਲੀ ਲੀਫ ਤੋਂ ਇੰਸਪੀਰੇਸ਼ਨ ਲੈ ਕੇ ਲੀਫ ਲਾਈਕ ਬਿਲਡਿੰਗ ਨੂੰ ਕੰਸਟਰਕਟ ਕੀਤਾ ਗਿਆ ਜਿਹਦੇ ਵਿੱਚ ਉੱਦਾਂ ਹੀ ਪੋਰਸ ਨੇ ਐਂਡ ਬਿਲਡਿੰਗ ਇੰਟਰਨਲ ਸਾਈਡ ਤੋਂ ਬਿਲਕੁਲ ਕੂਲਿੰਗ ਇਫੈਕਟ ਵਿੱਚ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਦੀ ਅਦਰ ਬਿਲਡਿੰਗਸ। See the next, that is a pillar coral on Pickles Reef 2000. ਇਹ ਮੈਂ ਸ਼ੋ ਕੀਤਾ ਸੀ ਦੇ ਵਿੱਚ ਕਿੱਦਾਂ ਜਿਹੜੇ ਮਾਈਨਿਊਟ ਸੀ ਕ੍ਰੀਏਚਰਸ ਹੁੰਦੇ ਨੇ ਉਹ ਆਪਣੀਆਂ ਸਕ੍ਰੀਸ਼ਨਸ ਦੇ ਨਾਲ ਕਿੰਨੇ ਸੋਹਣੇ ਹਾਊਸਿਸ ਨੂੰ ਕੰਸਟਰਕਟ ਕਰ ਲੈਂਦੇ ਨੇ ਐਂਡ ਦੈਟ ਇਜ਼ ਆਲਸੋ ਅ ਸੋਰਸ ਆਫ ਦੀ ਇੰਸਪੀਰੇਸ਼ਨ ਫॉर ਦੀ ਹਿਊਮਨ ਬੀਇੰਗਸ ਬਾਈ ਟੇਕਿੰਗ ਦ ਇੰਸਪੀਰੇਸ਼ਨ ਫਰੋਮ these colorful coral pickle reefs. Human beings made many buildings and the houses. Next is Coral Village by the Vincent Caillebotte. Coral Village ਆ ਜਿੱਦਾਂ ਕੋਰਲ ਰੀਫਸ ਤੋਂ ਮੈਂ ਗੱਲ ਕੀਤੀ ਸੀ ਵੀ ਇਨਸਾਨ ਨੇ ਬਹੁਤ ਸਾਰੀਆਂ ਬਿਲਡਿੰਗਸ ਕੰਸਟਰਕਟ ਕੀਤੀਆਂ। ਸਿਮਿਲਰਲੀ ਟੇਕਿੰਗ ਐਨ ਇੰਸਪੀਰੇਸ਼ਨ ਫਰੋਮ ਦੀ ਕੋਰਲ ਰੀਫਸ, ਵਿੰਸੈਂਟ ਕੈਲੀਬੋਟ made a coral village like as you see
in the slide that this is a coral village. ਇਹ totally coral village ਉਹਨਾਂ ਰੀਫਸ ਤੋਂ ਇੰਸਪੀਰੇਸ਼ਨ ਲੈ ਕੇ ਬਣਾਏ ਗਏ ਨੇ ਐਂਡ ਉੱਦਾਂ ਹੀ ਇਹਨਾਂ ਦੇ ਵਿੱਚ ਪੋਰਸ ਨੇ, ਉੱਦਾਂ ਹੀ ਇਹਨਾਂ ਦੇ ਵਿੱਚ ਗ੍ਰੀਨਰੀ ਸ਼ੋ ਕੀਤੀ ਹੋਈ ਆ, ਉੱਦਾਂ ਹੀ ਇਹਨਾਂ ਦਾ ਪੈਟਰਨ ਆ ਜਿੱਦਾਂ ਕੋਰਲ ਰੀਫ ਸੀ ਇੰਟਰਨਲ ਸਾਈਡ ਤੇ ਸ਼ੈਲਬਸ ਹੁੰਦੀਆਂ, ਸੇਮ ਲਾਈਕ ਦੈਟ ਪੈਟਰਨ ਸ਼ੈਲਬਸ ਆਰ ਮੇਡ ਇਨ ਦਿਸ ਬਿਲਡਿੰਗਸ। Next inspirational source is honeycomb housing complex in Slovenia. Slovenia ਦੇ ਵਿੱਚ ਜਿੱਦਾਂ honeycombs ਆਪਣਾ complex ਬਣਾਉਂਦੀਆਂ but taking an inspiration from a small bee known as honey bee, ਉਹਨਾਂ ਦੇ honeycomb ਤੋਂ inspiration ਲੈ ਕੇ ਸਲੋਵੇਨੀਆ ਦੇ ਵਿੱਚ ਇੱਕ proper shopping complex ਬਣਾਇਆ ਗਿਆ। ਇਸ complex ਦੀ construction ਇਹਨਾਂ ਨੇ ਬਿਲਕੁਲ honeycombs ਦੇ like ਕੀਤੀ ਆ। Next is you can see in the slide that is a durian fruit-like skin of the Esplendid Theatre. That theatre is situated in Dubai and Esplendid Theatre the जो construction ha that is like the durian fruit, जो ये fruit आ that is outer side ते बिल्कुल spines वांग ਸਟਰਕਚਰ ਹੁੰਦਾ ਐਂਡ ਦੈਟ ਫਰੂਟ ਇਜ਼ ਵੈਰੀ ਹਾਰਡ। ਆਊਟਰ ਦਾ ਸ਼ੈਲ ਆ ਜੋ ਬਹੁਤ ਹਾਰਡ ਹੁੰਦਾ ਐਂਡ ਅੰਦਰ ਇਹਦੇ 2 ਲੇਅਰਸ ਹੋਰ ਪ੍ਰੈਜ਼ੈਂਟ ਹੁੰਦੀਆਂ, ਮੀਨਸ ਆਊਟਰ ਇਨਰ ਐਂਡ ਦੀ ਮਿਡਲ। ਜੋ ਇਹਦੀ ਆਊਟਰ ਲੇਅਰ ਆ ਦੈਟ ਇਜ਼ ਵੈਰੀ ਹਾਰਡ ਐਂਡ ਸਪਾਈਨਸ ਵਾਂਗ ਹੁੰਦੀ ਆ। ਉਹਨਾਂ ਦੀ ਇਨਸਪੀਰੇਸ਼ਨ ਲੈ ਕੇ ਇਹਨਾਂ ਨੇ ਥੀਏਟਰ ਦੀ ਕੰਸਟਰਕਸ਼ਨ ਕੀਤੀ ਆ। ਡਾਇਗਰਾਮ 'ਚ ਤੁਸੀਂ ਦੇਖ ਸਕਦੇ ਹੋ ਦੈਟ ਥੀਏਟਰ ਇਜ਼ ਸੇਮ ਐਜ਼ ਦਾ ਆਊਟਰ ਸਟਰਕਚਰ ਆਫ ਦੀ ਡਿਊਰੀਅਨ ਫਰੂਟ। ਨੈਕਸਟ ਇਜ਼ moon-like building in Dubai. Dubai ਦੇ ਵਿੱਚ ਬਿਲਕੁਲ by taking an inspiration from a nature, moon-like building is made in Dubai. Next is Palm Jumeirah in Dubai. ਪਾਮ ਦੇ ਟਰੀ ਤੋਂ ਇੰਸਪੀਰੇਸ਼ਨ ਲੈ ਕੇ ਜਿੱਦਾਂ ਦਾ ਸੈਂਟਰ ਮਿਡਲ ਔਰ ਦੀ ਇਨਰ ਪੋਰਸ਼ਨ ਆ ਤਾਂ ਬਿਲਕੁਲ ਜੋ ਸੇਮ ਹੈ ਉਹ ਤੋਂ ਇੰਸਪੀਰੇਸ਼ਨ ਲੈ ਕੇ ਉਹਨਾਂ ਨੇ ਪਾਮ ਲਾਈਕ ਬਿਲਡਿੰਗ ਇੱਕ ਪੂਰਾ ਪ੍ਰੋਪਰ ਕੰਪਲੈਕਸ, ਉਹਦੀਆਂ ਰੋਡਸ, ਉਹਦੀ ਕੰਸਟਰਕਸ਼ਨ, ਉਹਦੀ ਗ੍ਰੀਨਰੀ, ਉਹਦੀ ਏਅਰ, ਉਹਦੀ ਵੈਂਟੀਲੇਸ਼ਨ ਸੇਮ ਪਾਮ ਲਾਈਕ ਟਰੀ ਦੇ ਵਾਂਗ ਇਹਨਾਂ ਨੇ ਕੀਤੀ। ਦੈਟ ਇਜ਼ ਅ ਪ੍ਰੋਪਰ ਵਿਲੇਜ ਜਿਹਨੂੰ ਅਸੀਂ ਕਹਿੰਦੇ ਪਾਮ ਜੁਮੇਰੀਆ ਇਨ ਦੁਬਈ। That is the source of attraction also for the tourist. Next, ਦੋ ਸਲਾਈਡਸ ਆ। ਇੱਕ ਸਾਈਡ ਦੈਟ ਇਜ਼ ਅ ਟਰਮਾਈਟ ਹਾਊਸ। ਟਰਮਾਈਟਸ ਜਿਹੜੀਆਂ ਬਿਲਕੁਲ ਮਾਈਨਿਊਟ ਜਿਹੀਆਂ ਕ੍ਰੀਏਚਰਸ ਹੁੰਦੀਆਂ ਉਹ ਆਪਣੀਆਂ ਸਕ੍ਰੀਸ਼ਨਸ ਦੇ ਨਾਲ ਬਹੁਤ ਹਾਈਟ ਦੇ ਉੱਚੇ ਹਾਊਸਿਸ ਬਣਾਉਂਦੀਆਂ ਹੈ ਨਾ। ਉਹਨਾਂ ਦੀ ਜੋ ਸਕ੍ਰੀਸ਼ਨਸ ਹੁੰਦੀਆਂ ਉਹਦੇ ਨਾਲ ਉਹ ਜੋੜਦੀਆਂ ਆਪਣੇ ਹਾਊਸਿਸ ਨੂੰ ਐਂਡ ਉਹਨਾਂ ਤੋਂ ਹੀ ਲੈ ਕੇ ਇੰਸਪੀਰੇਸ਼ਨ ਈਸਟ ਗੇਟ ਸੈਂਟਰ ਇਨ ਜ਼ਿੰਬਾਬਵੇ ਨੂੰ ਕੰਸਟਰਕਟ ਕੀਤਾ ਗਿਆ ਬਿਕੋਜ਼ ਜੋ ਇਹਦੇ ਇੰਟਰਨਲ ਸਾਈਡ ਦੇ ਟਰਮਾਈਟ ਦੇ ਹਾਊਸਿਸ ਦੇ ਵਿੱਚ ਕੂਲਿੰਗ ਇਫੈਕਟ ਆ ਜਾਂ ਉਹਨਾਂ ਦੀ ਸੀਟਿੰਗ ਕਪੈਸਿਟੀ ਜਾਂ ਉਹਨਾਂ ਦੀ ਅਰੇਂਜਮੈਂਟ ਸਾਰੇ ਸਟਰਕਚਰਸ ਸਿਮਿਲਰ ਫੋਲੋ ਕੀਤੇ ਗਏ ਨੇ ਈਸਟ ਗੇਟ ਸੈਂਟਰ ਇਨ ਦੀ ਜ਼ਿੰਬਾਬਵੇ ਦੇ ਵਿੱਚ। ਨੈਕਸਟ ਇਜ਼ ਕੈਕਟਸ ਲਾਈਕ ਬਿਲਡਿੰਗ। ਕੈਕਟਸ ਆਪਾਂ ਸਭ ਨੇ ਦੇਖਿਆ। ਕੈਕਟਸ ਆ ਜੋ ਦੈਟ ਇਜ਼ ਅ ਡੈਜ਼ਰਟ ਹੈ ਨਾ ਪਲਾਂਟ ਆ। ਇਹ ਡੈਜ਼ਰਟ ਦੇ ਵਿੱਚ ਹੀ ਗਰੋ ਹੁੰਦਾ ਬਿਕੋਜ਼ ਜਿੱਥੇ ਵਾਟਰ ਦੀ ਸਕੈਰਸਿਟੀ ਹੁੰਦੀ ਆ ਉੱਥੇ ਵਾਲਾ ਪਲਾਂਟ ਗਰੋ ਕਰਦਾ ਬਿਕੋਜ਼ ਇਹਦੇ ਉੱਪਰ ਸਪਾਈਨਸ ਹੁੰਦੀਆਂ। ਉਹ ਸਪਾਈਨਸ ਵਾਟਰ ਦੀ ਰਿਡਕਸ਼ਨ ਨੂੰ ਰੋਕਦੀਆਂ ਹੈ ਨਾ, ਘੱਟ ਵਾਟਰ ਮਤਲਬ ਐਵੈਪੋਰੇਟ ਹੁੰਦਾ। ਸੋ ਇਹਦੇ ਇੰਸਪੀਰੇਸ਼ਨ ਤੋਂ ਹੀ ਕੈਕਟਸ ਲਾਈਕ ਬਿਲਡਿੰਗ ਬਣੀ ਆ। ਉਹਦੀ ਬਾਹਰਲੀ ਸਾਈਡ ਤੇ ਬਿਲਕੁਲ ਜੋ ਸਟਰਕਚਰ ਕੈਕਟਸ ਦਾ ਹੁੰਦਾ ਹਾਰਡ ਹੁੰਦਾ, ਸਪਾਈਨਸ ਹੁੰਦੇ ਆ, ਜੋ ਉਹਨਾਂ ਦੇ ਸਪਾਈਨਸ ਦਾ ਫੰਕਸ਼ਨ ਆ ਉਹੀ ਇਸ ਬਿਲਡਿੰਗ ਦੀ ਆਊਟਰ ਸਾਈਡ ਤੇ ਸ਼ੋ ਹੋ ਰਿਹਾ। ਐਂਡ ਨੈਕਸਟ ਇਜ਼ see the creativity of the nature that is the bird ਆਪਣੇ ਕਿੱਦਾਂ ਨੈਸਟ ਨੂੰ ਬਣਾਉਂਦੇ ਨੇ ਉਸੇ ਹੀ ਨੈਸਟ ਤੋਂ ਇੰਸਪੀਰੇਸ਼ਨ ਲੈ ਕੇ that a national Olympic stadium is made in China ਜਿਹਨੂੰ ਅਸੀਂ ਕਹਿੰਦੇ ਆ ਬਰਡ ਨੈਸਟ ਚਾਈਨਾ ਦੇ ਵਿੱਚ ਉਹਦੇ ਵਾਂਗ ਬਿਲਕੁਲ ਸਟੇਡੀਅਮ ਬਣਿਆ ਹੋਇਆ ਵਾ। ਨੈਕਸਟ ਇਜ਼ ਇੱਕ ਪ੍ਰੋਜੈਕਟ ਚੱਲਦਾ ਦੈਟ ਪ੍ਰੋਜੈਕਟ ਇਜ਼ ਗੋਇੰਗ ਔਨ ਇਨ ਸਾਊਥ ਕੋਰੀਆ। ਉਸ ਪ੍ਰੋਜੈਕਟ ਦੇ ਵਿੱਚ ਜਿੱਦਾਂ ਬੀ ਦੇ ਨੈਸਟ ਹੁੰਦੇ ਨੇ ਉਹਨਾਂ ਦੇ ਪੋਰਸ ਹੁੰਦੇ ਨੇ, ਉਹਨਾਂ ਦੀ ਅੰਦਰਲੀ ਸਾਈਡ ਦੀ ਜੋ ਅਸੀਂ ਕਹਿ ਸਕਦੇ ਆ ਅਰੇਂਜਮੈਂਟ ਹੁੰਦੀ ਆ, ਜੋ ਉਹਨਾਂ ਦੇ ਨਿਕਲਣ ਦਾ ਅੰਦਰ ਵੜਨ ਦਾ ਜੋ ਵੇ ਆ, ਉਹਨਾਂ ਦੇ ਸਕ੍ਰੀਸ਼ਨਸ ਨਾਲ ਕਿੱਦਾਂ ਉਹਨਾਂ ਨੇ ਆਪਣੇ ਨੈਸਟ ਨੂੰ ਬਣਾਇਆ। ਸੇਮ ਨੈਸਟ ਤੋਂ ਇੱਕ ਉਹਨਾਂ ਨੇ ਪੂਰਾ ਪ੍ਰੋਪਰ ਪ੍ਰੋਜੈਕਟ ਸਟਾਰਟ ਕੀਤਾ ਹੋਇਆ ਸਾਊਥ ਕੋਰੀਆ ਦੇ ਵਿੱਚ। ਉਹ ਉੱਦਾਂ ਦੀਆਂ ਬਿਲਡਿੰਗਸ ਨੂੰ ਬਣਾ ਰਹੇ ਆ ਐਂਡ ਦੇਖ ਰਹੇ ਆ ਵੀ ਉਹ ਬਿਲਡਿੰਗਸ ਬਹੁਤ ਹੀ ਬੈਨੀਫਿਸ਼ੀਅਲ ਆ ਐਜ਼ ਕੰਪੇਅਰ ਟੂ ਦੀ ਨਾਰਮਲ ਔਰ ਦੀ ਆਰਡੀਨਰੀ ਬਿਲਡਿੰਗਸ।
ਨੈਕਸਟ ਹੈਬਿਟੈਟ 2020 ਬਰੀਥਿੰਗ ਲੀਫ ਲਾਈਕ ਸਕਿਨ, ਜਿੱਦਾਂ ਲੀਫ ਦੀ ਸਕਿਨ ਦੇ ਵਿੱਚ ਪੋਰਸ ਹੁੰਦੇ ਨੇ ਉੱਦਾਂ ਹੀ ਸਿਮਿਲਰਲੀ ਜਿਹੜੀਆਂ ਬਿਲਡਿੰਗਸ ਆ ਉਹਨਾਂ ਦੀ ਬਾਲਸ ਦੇ ਵਿੱਚ ਇੱਦਾਂ ਦੇ ਪੋਰਸ ਕੀਤੇ ਗਏ ਨੇ ਤਾਂ ਜੋ ਵਾਟਰ ਆ ਜਿਹੜਾ ਰੇਨ ਦਾ ਫਿਸਲ ਕੇ ਅੰਦਰ ਜਾਵੇ ਤੇ ਅੰਦਰ ਇਹਨੂੰ ਅਸੀਂ ਰੇਨ ਵਾਟਰ ਹਾਰਵੈਸਟਿੰਗ ਦੇ ਪਰਪਸ ਤੋਂ ਯੂਜ਼ ਕਰ ਸਕਦੇ ਆ। ਉਸ ਤੋਂ ਨੈਕਸਟ ਆਉਂਦਾ ਦੈਟ ਇਜ਼ ਅ ਰੈਸਟੋਰੈਂਟ ਬਣਿਆ ਮੌਥ ਕਕੂਨ ਨੂੰ ਲੈ ਕੇ, ਜਿੱਦਾਂ ਕਕੂਨ ਦਾ ਜੋ ਹੈਗਾ ਮੌਥ ਦਾ ਕਕੂਨ ਆ ਜੋ ਉਹਦਾ ਸਟਰਕਚਰ ਹੁੰਦਾ ਉਹਦੇ ਬਿਲਕੁਲ ਸਟਰਕਚਰ ਦੀ ਰਿਜ਼ੈਂਬਲੈਂਸ ਦੇ ਵਾਂਗ ਬਿਲਕੁਲ ਟਰੀ ਦੇ ਉੱਪਰ ਇੱਕ ਰੈਸਟੋਰੈਂਟ ਕ੍ਰੀਏਟ ਕੀਤਾ। ਦੈਟ ਇਜ਼ ਆਲਸੋ ਅ ਸੋਰਸ ਆਫ ਦੀ ਇੰਸਪੀਰੇਸ਼ਨ ਟੂ ਮੈਨੀ ਅਦਰਸ। ਨੈਕਸਟ ਇਜ਼ ਲਿਲੀ ਪੈਡ ਫਲੋਟਿੰਗ ਸਿਟੀ, ਦੈਟ ਇੰਸਪੀਰੇਸ਼ਨ ਲਿੱਤੀ ਗਈ ਲਿਲੀ ਪੈਡ ਫਲਾਰ ਤੋਂ। ਲਿਲੀ ਪੈਡ ਜਿੱਦਾਂ ਵਾਟਰ ਦੇ ਵਿੱਚ ਫਲੋਟ ਕਰਦਾ ਉਸੇ ਹੀ ਇੰਸਪੀਰੇਸ਼ਨ ਲੈ ਕੇ ਇੱਕ ਪ੍ਰੋਪਰ ਸਿਟੀ ਬਣਾ ਦਿੱਤੀ ਗਈ ਹੈ। ਦੈਟ ਸਿਟੀ ਇਜ਼ ਫਲੋਟਿੰਗ ਇਨ ਦ ਰਿਵਰ ਐਂਡ ਦ ਨੇਮ ਆਫ ਦੈਟ ਸਿਟੀ ਇਜ਼ ਲਿਲੀ ਪੈਡ ਫਲੋਟਿੰਗ ਸਿਟੀ। ਨੈਕਸਟ ਇਜ਼ ਲਿਲੀ ਪੈਡ ਫਲੋਟਿੰਗ ਸਿਟੀਜ਼ ਸ਼ੋ ਕੀਤੀਆਂ ਹੋਈਆਂ। ਉਸ ਤੋਂ ਨੈਕਸਟ ਆਪਾਂ ਕਹਿ ਸਕਦੇ ਹਾਂ ਲਿਲੀ ਪੈਡ ਦਾ ਜੋ ਸਟਰਕਚਰ ਆ ਜਿੱਥੋਂ ਰਿਜ਼ੈਂਬਲੈਂਸ ਲੈ ਕੇ ਇਹਨਾਂ ਨੇ ਸਿਟੀਜ਼ ਨੂੰ ਬਣਾਇਆ। ਦਿਸ ਸਲਾਈਡ ਰਿਪਰੈਜ਼ੈਂਟਸ ਦੈਟ ਐਂਡ ਜੋ ਲੀਵਸ ਦੇ ਵਿੱਚ ਪੋਰਸ ਹੁੰਦੇ ਨੇ ਜਾਂ ਲੀਵਸ ਦਾ ਕਲਰ ਕੰਬੀਨੇਸ਼ਨ ਹੁੰਦਾ ਉਸ ਤੋਂ ਲੈ ਕੇ ਰੂਮਸ ਤੇ ਪੇਂਟਿੰਗ ਦਾ ਜੋ ਆਈਡੀਆ ਉਹ ਵੀ ਅਸੀਂ ਨੇਚਰ ਤੋਂ ਹੀ ਗੇਨ ਕਰਦੇ ਹਾਂ ਜੋ ਇਸ ਸਲਾਈਡ ਦੇ ਵਿੱਚ ਸ਼ੋ ਕੀਤਾ ਗਿਆ। ਨੈਕਸਟ ਇਜ਼ ਆਰਡੀਨਰੀ ਬਰਡ ਦੇ ਜਿੱਦਾਂ ਦੇ ਵਿੰਗਸ ਹੁੰਦੇ ਨੇ ਉਸੇ ਹੀ ਵਿੰਗਸ ਨੂੰ ਲੈ ਕੇ ਜਿੱਦਾਂ ਫਲਾਈ ਕਰਦਾ ਇਨ ਦੀ ਏਅਰ ਰੋਵੋ ਸਵਿਫਟ ਮਾਈਕਰੋ ਏਅਰਪਲੇਨ ਕੰਸਟਰਕਟ ਕੀਤਾ ਗਿਆ ਜਿਹਦੇ 'ਚ ਸੈਂਸਰਸ ਲੱਗੇ ਹੋਏ ਨੇ ਐਂਡ ਇਹ ਸੈਂਸਰਸ ਇਮੇਜ ਨੂੰ ਕੈਚ ਕਰਦੇ ਨੇ ਐਂਡ ਦੋ ਐਰੋਪਲੇਨ ਆ ਬੜੇ ਈਜ਼ੀਲੀ ਸਾਰੇ ਸਕਾਈ ਦੇ ਵਿੱਚ ਮੂਵ ਕਰਕੇ ਇਮੇਜ ਨੂੰ ਕੈਪਚਰ ਕਰ ਲੈਂਦਾ। ਨੈਕਸਟ ਇਜ਼ ਸੋਲਰ ਪਾਵਰਡ ਸਪਾਈ ਪਲੇਨ ਇਨਸਪਾਇਰਡ ਬਾਈ ਦੀ ਬੈਟਸ, ਲਾਈਕ ਬੈਟਸ ਦੇ ਜਿੱਦਾਂ ਵਿੰਗਸ ਓਪਨ ਹੁੰਦੇ ਨੇ ਜਦੋਂ ਉਹ ਮੂਵ ਕਰਦੀਆਂ ਸਿਮਿਲਰਲੀ ਸੋਲਰ ਪਾਵਰਡ ਸਪਾਈ ਪਲੇਨ ਬਣਾਇਆ ਗਿਆ ਵਾ ਇਸੇ ਹੀ ਵਿੰਗਸ ਤੋਂ। ਇਹ ਹਾਈਲੀ ਐਫੀਸ਼ੀਐਂਟ ਆ ਜਿਹੜਾ એનર્ਜੀ ਨੂੰ ਬਹੁਤ ਬਚਾ ਕੇ ਰੱਖਦਾ ਵਾ। ਐਂਡ ਨੈਕਸਟ ਵੀ ਕੈਨ ਸੇ ਦੈਟ ਰੋਬੋਟਿਕ ਆਰਮ ਲਾਈਕ ਐਨ ਐਲੀਫੈਂਟ ਟਰੰਕ, ਜਿੱਦਾਂ ਐਲੀਫੈਂਟ ਦੀ ਟਰੰਕ ਫਲੈਕਸੀਬਲ ਹੁੰਦੀ ਆ ਕਿਸੇ ਵੀ ਡਾਇਰੈਕਸ਼ਨ 'ਚ ਮੂਵ ਕਰਦੀ ਆ ਜਾਂ ਕਿਸੇ ਚੀਜ਼ ਨੂੰ ਕੈਚ ਕਰਕੇ ਅੰਦਰ ਲੈ ਜਾਂਦੀ ਆ ਉਹਦੇ ਮਾਊਥ ਤੱਕ ਉਸੇ ਹੀ ਵੇ ਦੇ ਵਿੱਚ ਇੱਕ ਆਰਮਸ ਕੰਸਟਰਕਟ ਕੀਤੀਆਂ ਗਈਆਂ ਲੈਟ ਆਰ ਫਲੈਕਸੀਬਲ ਲਾਈਕ ਦੈਟ ਆਫ ਦੀ ਐਲੀਫੈਂਟ ਟਰੰਕ ਐਂਡ ਉਹ ਕਿਸੇ ਵੀ ਚੀਜ਼ ਨੂੰ ਕੈਚ ਕਰਕੇ ਅੱਗੇ ਮੂਵ ਕਰ ਮਤਲਬ ਅੱਗੇ ਭੇਜਣ ਦੀ ਵਰਕ ਕਰਦੀਆਂ। ਸਿਮਿਲਰਲੀ ਕਿੰਗਫਿਸ਼ਰ ਦੇ ਵਾਂਗ ਇੱਕ ਟ੍ਰੇਨ ਕੰਸਟਰਕਟ ਕੀਤੀ ਗਈ ਹੈ। ਦੈਟ ਟ੍ਰੇਨ ਇਜ਼ ਨੋਨ ਐਜ਼ ਬੁਲਟ ਟ੍ਰੇਨ। ਇਸ ਟ੍ਰੇਨ ਦਾ ਜੋ ਇੱਕ ਫੀਚਰ ਆ ਜਦ ਇਹ ਵਾਲੇ ਰੇਲਵੇ ਸਟੇਸ਼ਨ ਦੇ ਉੱਪਰ ਦੀ ਟ੍ਰੇਨ ਲੰਘਦੀ ਸੀ ਤਾਂ ਜਿਹੜੀ ਨੋਇਜ਼ ਆ ਬਹੁਤ ਜ਼ਿਆਦਾ ਹੁੰਦੀ ਸੀ। ਇਹਦੀ ਨੋਇਜ਼ ਰਿਡਕਸ਼ਨ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਨੇ ਟ੍ਰੇਨ 'ਚ ਮੋਡੀਫਿਕੇਸ਼ਨ ਕੀਤੀ ਐਂਡ ਜਿਹੜੀ ਇੰਸਪੀਰੇਸ਼ਨ ਲਿੱਤੀ ਫਰੋਮ ਦੀ ਕਿੰਗਫਿਸ਼ਰ ਬੀਕ ਐਂਡ ਕਿੰਗਫਿਸ਼ਰ ਬੀਕ ਦੇ ਵਾਂਗ ਜਦੋਂ ਹੀ ਟ੍ਰੇਨ ਬਣ ਗਈ ਬੁਲਟ ਟ੍ਰੇਨ ਤਾਂ ਜਿਹੜੀ ਨੋਇਜ਼ ਰਿਡਕਸ਼ਨ ਆ ਬਹੁਤ 90% ਕੰਟਰੋਲ ਹੋ ਗਈ। ਐਂਡ ਇਨਸਾਨ ਸੋਚੇ ਕੁਦਰਤ ਨੇ ਉਹਨੂੰ ਕਿੰਨੀਆਂ ਸੋਹਣੀਆਂ ਆਈਜ਼ ਦਿੱਤੀਆਂ ਐਂਡ ਉਸ ਆਈਜ਼ ਤੋਂ ਇੰਸਪਾਇਰ ਹੋ ਕੇ ਉਹਨਾਂ ਨੇ ਕੈਮਰਾਜ਼ ਦੀ ਨੂੰ ਕੰਸਟਰਕਟ ਕੀਤਾ। ਨੈਕਸਟ ਇਜ਼ ਸੋਲਰ ਸੈਲ ਸੈਲਫ ਰਿਪੇਅਰਸ ਲਾਈਕ ਅ ਪਲਾਂਟ, ਜਿੱਦਾਂ ਪਲਾਂਟਸ ਦੇ ਸੈਲਸ ਆਪਣੇ ਆਪ ਨੂੰ ਸੈਲਫ ਰਿਪੇਅਰ ਕਰਦੇ ਨੇ ਆਫਟਰ ਸਮ ਟਾਈਮ ਉਹਨਾਂ ਦੀ ਸੈਲਫ ਰਿਪੇਅਰਿੰਗ ਹੁੰਦੀ ਆ ਉੱਦਾਂ ਹੀ ਉਹਨਾਂ ਤੋਂ ਹੀ ਇੰਸਪੀਰੇਸ਼ਨ ਲੈ ਕੇ ਇੱਕ ਸੋਲਰ ਸੈਲਸ ਬਣਾਏ ਗਏ ਨੇ ਜੋ ਸਾਨੂੰ ਠੀਕ ਨਹੀਂ ਕਰਨੇ ਪੈਂਦੇ ਆਟੋਮੈਟਿਕਲੀ ਉਹ ਸੈਲਫ ਰਿਪੇਅਰ ਹੋ ਜਾਂਦੇ ਆ। ਐਂਡ ਨੈਕਸਟ ਇਜ਼ ਹਨੀਕੋਮ ਚਾਈਨਸ ਕਾਂਟ ਗੋ ਫਲੈਟ, ਜਿੱਦਾਂ ਟਾਇਰਸ ਦੇ ਵਿੱਚ ਹਵਾ ਭਰਨੀ ਪੈਂਦੀ ਹੈ ਜੋ ਹਨੀਕੋਮ ਲਾਈਕ ਟਾਇਰਸ ਉਹਨਾਂ 'ਚ ਹਵਾ ਨਹੀਂ ਫਿਲ ਕਰਨੀ ਪੈਂਦੀ ਆਟੋਮੈਟਿਕਲੀ ਐਟਮੋਸਫੀਅਰ 'ਚੋਂ ਹਵਾ ਖਿੱਚਦੀਆਂ ਐਂਡ ਆਰਮੀ ਦੇ ਵਿੱਚ ਮੋਸਟਲੀ ਇੱਦਾਂ ਦੀਆਂ ਗੱਡੀਆਂ ਨੂੰ ਯੂਜ਼ ਕੀਤਾ ਜਾਂਦਾ। ਐਂਡ see the creativity of the nature, the color of the fish, ਜੋ ਇਹ ਫਿਸ਼ ਦਾ ਕਲਰ ਆ that is also a source of the attraction but no ਜੋ ਇਹਦਾ ਸਾਈਜ਼ ਆ ਜਿੱਦਾਂ ਦੀ ਇਹਦਾ ਸਟਰਕਚਰ ਤੋਂ ਇੰਸਪਾਇਰ ਹੋ ਕੇ ਕਾਰ ਬਣਾਈ ਗਈ ਆ। ਨੈਕਸਟ ਇਜ਼ ਸਪਾਈਡਰ ਵੈਬ, ਜਿੱਦਾਂ ਸਪਾਈਡਰ ਆਪਣੇ ਆਪ ਦਾ ਤਾਣਾ ਬਾਣਾ ਬੁਣਦਾ ਇਹ ਦਰਖਤ ਦੇ ਉੱਪਰ ਉਸੇ ਹੀ ਤਾਣੇ ਬਾਣੇ ਨੂੰ ਲੈ ਕੇ ਬਾਇਓਡੀਗ੍ਰੇਡੇਬਲ ਵਾਟਰ ਬੋਟਲਸ ਦਾ ਜੋ ਇੱਕ ਪ੍ਰੋਜੈਕਟ ਸਟਾਰਟ ਕੀਤਾ ਗਿਆ ਵਾ ਬਹੁਤ ਸਾਰੀਆਂ ਕੰਪਨੀਜ਼ ਇਸ ਤੇ ਕੰਮ ਕਰਦੀਆਂ ਪਈਆਂ ਨੇ। So we can say that the roots of success are formed through hard work, ਜਿੱਦਾਂ ਇੱਕ ਨਿੱਕੀ ਜਿਹੀ ਸੀਡ ਨੂੰ ਪਲਾਂਟ ਦੇ ਵਿੱਚ ਚੇਂਜ ਹੋਣ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਉਸੇ ਹੀ ਤਰ੍ਹਾਂ ਜੇ ਇਨਸਾਨ
ਹਾਰਡ ਵਰਕ ਕਰੂਗਾ ਤਾਂ ਹੀ ਉਹ ਲਾਈਫ ਦੇ ਵਿੱਚ ਸਕਸੈਸਫੁਲ ਹੋਊਗਾ, ਹੈ ਨਾ। ਸੋ ਇਹ ਮੈਂ ਇੱਕ ਐਗਜ਼ਾਮਪਲ ਲਿੱਤੀ ਆ, ਗੁੱਡ ਥਿੰਗਸ ਕਮ ਟੂ ਦੋਜ਼ ਹੂ ਵੇਟ। ਜਿੱਦਾਂ ਇੱਕ ਪਿਊਪਾ ਲਾਰਵਾ ਚੇਂਜ ਹੋ ਕੇ ਬਟਰਫਲਾਈ ਦੇ ਵਿੱਚ ਚੇਂਜ ਹੋ ਜਾਂਦਾ। ਸੋ ਜੇ ਅਸੀਂ ਇੰਨਾ ਪੇਸ਼ੈਂਸ ਰੱਖਾਂਗੇ ਲਾਈਫ ਦੇ ਵਿੱਚ ਤਾਂ ਸਾਡੇ ਕੋਲ ਗੁੱਡ ਥਿੰਗਸ ਆਲਵੇਜ਼ ਆਉਣਗੀਆਂ। ਸੋ ਸਾਨੂੰ ਕਦੇ ਵੀ ਕੁਇਟ ਨਹੀਂ ਕਰਨਾ ਚਾਹੀਦਾ। ਜਿੱਥੇ ਹੋਪ ਆ, ਜਿੱਥੇ ਇੰਸਪੀਰੇਸ਼ਨ ਆ, ਦੇਅਰ ਇਜ਼ ਅ ਲਾਈਫ ਆਲਸੋ, ਹੈ ਨਾ। ਨੈਕਸਟ ਇੰਸਪੀਰੇਸ਼ਨ ਜੋ ਅਸੀਂ ਡਰੈਸਿਸ ਪਾਉਣੇ ਉਹਦੇ ਵੀ ਕਲਰ ਕੰਬੀਨੇਸ਼ਨਸ ਅਸੀਂ ਨੇਚਰ 'ਚੋਂ ਹੀ ਦੇਖਦੇ ਹਾਂ। ਸੀ ਦ ਕਲਰ ਕੰਬੀਨੇਸ਼ਨ ਆਫ ਦ ਪਾਰਕ, ਡਿਫਰੈਂਟ ਫਲਾਵਰਸ, ਕਿੰਨੇ ਸੋਹਣੇ ਕਲਰ ਮੈਚਿੰਗ ਆ। ਐਂਡ ਐਨੀਮਲਸ ਤੋਂ ਵੀ ਇੰਸਪਾਇਰ ਹੋ ਕੇ ਅਸੀਂ ਆਪਣੇ ਸੂਟਸ 'ਤੇ ਜਾਂ ਆਪਣੀਆਂ ਔਰਨਾਮੈਂਟਸ 'ਤੇ ਜਾਂ ਵਾਲ ਡਿਜ਼ਾਈਨ ਦੇ ਕਲਰਸ ਲੈਂਦੇ ਹਾਂ। ਸੀ ਦ ਕ੍ਰੀਏਟੀਵਿਟੀ ਆਫ ਦੀ ਗੋਡ ਇਨ ਦਾ ਨੈਕਸਟ ਸਲਾਈਡ 2, ਕਿੰਨੇ ਸੋਹਣੇ ਕਲਰ ਦੀਆਂ ਫਿਸ਼ਿਜ਼ ਨੇ, ਫਲਾਵਰਸ ਨੇ, ਬਰਡਸ ਨੇ, ਇਹ ਸਾਰੇ ਕਲਰ ਕੰਬੀਨੇਸ਼ਨ ਤੋਂ ਅਸੀਂ ਡਰੈਸਿਸ ਬਣਾਉਣੇ ਆ। ਦੇਖੋ ਸੀ ਦਾ ਨੈਕਸਟ ਸਲਾਈਡ ਦੇ ਵਿੱਚ ਸੀ ਦਾ ਕਲਰ ਆਫ ਦੀ ਬਰਡ, ਬਟ ਅ ਬਿਊਟੀਫੁਲ ਕਲਰ ਆਫ ਦੀ ਬਰਡ ਇਜ਼ ਇਨ ਦਾ ਸਲਾਈਡ। ਐਂਡ ਨੈਕਸਟ ਸੀ ਦਾ ਕਲਰ ਆਫ ਦਾ ਫਿਸ਼, ਫਿਸ਼ ਦਾ ਕਲਰ ਕਿੰਨਾ ਸੁੰਦਰ ਆ। ਨੈਕਸਟ ਸੀ ਦਾ ਕਲਰ ਆਫ ਦੀ ਪੈਰਟਸ, ਬਰਡਸ। ਨੈਕਸਟ ਇਨ ਦਾ ਪੈਰਟਸ ਸੀ ਦਾ ਕਲਰ ਕੰਬੀਨੇਸ਼ਨ। ਇਹਨਾਂ ਪੈਰਟਸ ਤੋਂ, ਇਹਨਾਂ ਫਰੂਟਸ ਤੋਂ, ਇਹਨਾਂ ਦੀ ਡਿਜ਼ਾਈਨਿੰਗ ਤੋਂ ਬੈੱਡ ਸ਼ੀਟਸ ਡਿਵੈਲਪ ਹੁੰਦੀਆਂ। ਜਿੱਦਾਂ ਹੁਣ ਮੈਂ ਸ਼ੋਅ ਕੀਤਾ ਫਲਾਰ ਤੋਂ ਜੋ ਉਹਦਾ ਕਲਰ ਕੰਬੀਨੇਸ਼ਨ ਸੀ, ਸੇਮ ਅਸੀਂ ਡਰੈਸ ਇੰਸਪਾਇਰ ਹੋ ਕੇ ਬਣਾਈ ਆ। ਸੀ in the next slide from the color combination of the flower, the color of the dress. See in the next two color combination of the dress from the flower. See from the word color combination of the dress. But a beautiful dress the girl wears, same as that of the bird color. Inspiration is taken from the nature too. See in the next also, but the beautiful color combination is blue and the yellow. From the beak of the bird, color combination of the dress. From the maple leaf, we can take the idea of the embroidery. From the colors of the peacocks, human beings made many ornaments like the earrings, structure, appearance, peacock dito. Also in the next ornaments, jewelry. Also see in the next earrings, same. And the nail paint from the color combination of the peacock, and the dress which the bride wears, that is totally made from the made by taking inspiration from the peacock feathers. Next, jewelry boxes from the butterfly ideas, and by taking the ideas from the nature. Euplectella ਦੇ ਸਟਰਕਚਰ ਤੋਂ ਜੋ ਅਸੀਂ ਨੈਕਲਸ ਕੰਸਟਰਕਟ ਕੀਤਾ, ਯੂਪਲੈਕਟੈਲਾ ਤੋਂ ਅਸੀਂ ਬੈਂਗਲਸ ਵੀ ਕੰਸਟਰਕਟ ਕਰਦੇ ਹਾਂ ਉਹਦੀ ਅਪੀਅਰੈਂਸ ਨੂੰ ਦੇਖ ਕੇ। ਡਰੈਗਨ ਫਲਾਈਜ਼ ਤੋਂ ਇੰਸਪਾਇਰ ਹੋ ਕੇ ਵੀ ਕੈਨ ਮੇਕ ਕੀ ਰਿੰਗਸ ਐਟਸੈਟਰਾ, ਐਂਡ ਫਰੋਮ ਦੀ ਫਲਾਵਰਸ earrings, rings. In the next slide too, flower colors, appearance, structure wise we can make the jewelries. So in the end we can see that study nature, love nature, stay close to nature, and it will never fail you, because nature ਦੇ ਕੋਲ ਬਹੁਤ ਸਾਰੇ ਇੱਦਾਂ ਦੇ ਇੰਸਪੀਰੇਸ਼ਨਲ ਸੋਰਸਿਸ ਪਏ ਨੇ ਜੋ ਇਨਸਾਨ ਜੇ ਨੇਚਰ 'ਚ ਜਾ ਕੇ ਦੇਖੂਗਾ ਤਦੇ ਹੀ ਉਹਨੂੰ ਸਮਝ ਲੱਗੂਗੀ। ਸੋ ਇਨ ਦੀ ਐਂਡ ਥੈਂਕ ਯੂ ਫॉर ਵਾਚਿੰਗ ਦਿਸ beautiful presentation. Those who like this presentation, share this PPT to the maximum. जिन्होंने ने अजे तक चैनल ਨੂੰ सब्सक्राइब नहीं किया, प्लीज़ सब्सक्राइब द DJ EduTech. Thank you.